परदेसी है, मन एक जगह टिक के नहीं बहता। ਇਹਦੀਆਂ ਆਪਣੀਆਂ ਸੋਚਾਂ ਨੇ, ਆਪਣੀਆਂ ਤਰੰਗਾਂ ਨੇ, ਆਪਣੀਆਂ ਲਹਿਰਾਂ ਨੇ। ਮਨ ਕਦੀ ਇੱਕ ਜਗ੍ਹਾ ਟਿਕਦਾ ਨਹੀਂ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਗਰ ਮਨ ਟਿਕ ਜਾਏ ਤੇ ਇਹਨੂੰ ਸੰਸਾਰ ਦੀਆਂ ਸਾਰੀਆਂ ਵਸਤੂਆਂ, संसार के सारे पदार्थ नौ निधियां 18 सिद्धियां इनू प्राप्त हो जाना अगर मन टिक जाए। अगर मन एकाग्र हो जाए, अगर मन एक जगह खड़ो जाए, अगर मन एक हो के अगर परमात्मा नाल जुड़ जाए तो कहने इनू सतगुर प्राप्त हो जाएगा। पर इदा हुंदा नहीं, बहुत मुश्किल है, बहुत कठिन है। गुरबाणी के अंदर सतगुरु पातशाह कहते ने ये मन चंचल है, ये मन चंचला चतुराई किने ना पाया। ये मन चंचल है, किधरे खलोंदा नहीं। खिन आवे तिल जावे ताकि संगत नानक रहिंदा, क्यों कर मूड़ा पावे। कहंदे मन कदी टिकदा नहीं, एक जगह बैठा भी होवे, संगत विच बैठा भी होवे ते कहंदे मन बाहर भजदा है, मन बाहर दौड़िया हुंदा है। मन टिकदा नहीं। सतगुरु पातशाह तां कहंदे ने मन परदेसी है। मन परदेसी जे थिए सब देश पर आया। कहंदे परमात्मा नालों विछड़ के सारा संसार तेरे लिए पराया है। फिर कहते जब मनुख परमात्मा नालों विछड़ जाता फिर दुखों च घिर जाता। जो संसार के दुख ने कहते आ चमड़ते हैं। ते सतगुरु पातशाह अगे जिक्र करते ने किस पै खोलो गंठड़ी दुखी भर आया। कहते ये दुखों की पंड, ये दुखों की गंढ मैं किदे अगे जाके खोला। कोई ऐसा है नहीं जो इन्हां दुखों का इलाज कर सके। किस पै खोलो गंठड़ी दुखी भर आया, दुखी भर आया जगत सवाया। कहते सच है परमात्मा के नाम नाल टुट के सारा संसार ही दुखी है। सब दे दुख वक्को वक्रे ने। किसी नू अपनी रोजी का दुख है, किसी नू धन की चिंता है। सब दे दुख आपो अपने ने। सतगुरु पातशाह कहते ने दुखी भर आया जगत सबाया, कौन जाने बिद मेरिया। आमने जावने खरे डरावने, टोट न आवे फेरिया। कहते फिर परमात्मा के नाम नाल टुट के मनुख शब्द जिहड़ा जन्म मरण का चक्कर है ना उन्होंने बनाई रखता है। ये जीवन तो मिलया सी, ये जन्म मरण के चक्कर तो खत्म हो जाए, जन्म मरण के गेड़ तो बाहर निकल जाए, परमात्मा ना अभेद हो जाए।
ਕਹਿੰਦੇ ਹੁੰਦਾ ਐਸਾ ਨਹੀਂ, ਆਮਨੇ ਜਾਮਨੇ ਖਰੇ ਡਰਾਵਨੇ, ਟੋਟ ਨਾ ਆਵੇ ਫੇਰੀਆਂ। ਕਹਿੰਦੇ ਉਸ ਗੇੜ ਵਿੱਚ ਪੈ ਜਾਂਦਾ ਹੈ 84 ਲੱਖ। 84 ਲੱਖ ਜੋਨਾਂ ਨੇ ਸੰਸਾਰ ਤੇ, 42 ਲੱਖ ਜੋਨਾਂ ਪਾਣੀ ਵਿੱਚ ਰਹਿੰਦੀਆਂ ਨੇ ਤੇ 42 ਲੱਖ ਜੋਨਾਂ ਧਰਤੀ ਤੇ ਨੇ, ਜਿਨ੍ਹਾਂ ਚੋਂ ਇੱਕ ਜੋਨ ਮਨੁੱਖ ਵੀ ਹੈ। ਇਹ ਜਿਤਨੀ ਬਨਸਪਤੀ ਤੁਸੀਂ ਦੇਖਦੇ ਹੋ ਇਹ ਵੀ ਇੱਕ ਜੋਨਾਂ ਚੱਲਦੀ ਹੈ। ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰੂ ਪਾਤਸ਼ਾਹ ਜ਼ਿਕਰ ਕਰਦੇ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਦ ਹੋਇਓ, ਕਈ ਜਨਮ ਹੈਵਰ ਬ੍ਰਿਕ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇ ਸਜਰੀਆ। ਕਈ ਜਨਮ ਕਹਿੰਦੇ ਕੀੜੇ ਮਕੌੜਿਆਂ ਦੀ ਜੂਨਾ ਜੂੰਦਾ ਹੈ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਕਹਿੰਦੇ ਮੱਛੀ ਹਾਥੀ ਹੋਰ ਜਾਨਵਰਾਂ ਦਾ ਜੀਵਨ ਲੈਂਦਾ ਹੈ, ਕਈ ਜਨਮ ਪੰਖੀ ਸਦ ਭੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਕਹਿੰਦੇ ਇਹ ਦਰਖਤਾਂ ਦੀਆਂ ਜੋਨਾਂ ਵਿੱਚ ਭਟਕਦਾ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਕਹਿੰਦੇ ਅੰਤ ਵਿੱਚ ਜਿਹੜੀ ਜੋਨ ਹੈ ਨਾ, ਇਹ 84 ਲੱਖ ਜੋਨਾਂ ਦੀ ਜਿਹੜੀ ਆਖਰੀ ਜੋਨ ਹੈ ਨਾ, ਜਿਹੜੀ ਇਹ ਪੌੜੀ ਦਾ ਆਖਰੀ ਸਟੈਪ ਹੈ ਨਾ ਪਰਮਾਤਮਾ ਨੂੰ ਮਿਲਣ ਦਾ, ਉਹ ਹੈ ਮਨੁੱਖਾ ਜੀਵਨ। ਪਰ ਕਹਿੰਦੇ ਅਫਸੋਸ, ਮਨੁੱਖ ਪਰਮਾਤਮਾ ਨਾਲ ਟੁੱਟ ਕੇ ਆਪਣੇ ਜਿਹੜੇ ਆਣ ਜਾਣ ਦੇ ਗੇੜੇ ਨੇ ਉਹਨੂੰ ਬਣਾਈ ਰੱਖਦਾ ਹੈ। ਆਮਨੇ ਜਾਮਨੇ ਖਰੇ ਡਰਾਵਨੇ, ਟੋਟ ਨਾ ਆਵੇ ਫੇਰੀਆਂ। ਅੱਗੇ ਚੱਲ ਕੇ ਕਹਿੰਦੇ ਨੇ ਨਾਮ ਵੀ ਊਨੇ ਊਨੇ ਚੂਨੇ, ਬੁਰੇ ਸ਼ਬਦ ਸੁਣਾਇਆ। ਕਹਿੰਦੇ ਨਾਮ ਤੋਂ ਬਿਨਾ ਮਨੁੱਖ ਆਪਣਾ ਜੀਵਨ ਅਜਾਈ ਗਵਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਜੋ ਹੈ ਪਰਦੇਸੀ ਹੈ, ਔਰ ਇਹ ਸੱਚ ਹੈ, ਮਨ ਪਰਦੇਸੀ ਹੈ, ਮਨ ਕਿਧਰੇ ਟਿੱਕੇ ਬਹਿੰਦਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਪਰਦੇਸੀ
ਕਦੀ ਇੱਕ ਜਗ੍ਹਾ ਟਿਕ ਕੇ ਨਹੀਂ ਬਹਿੰਦਾ। ਮੈਂ ਪੜ੍ਹਦਾ ਸਾਂ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੀਵਨ। ਕਹਿੰਦੇ ਜਦ ਸਤਿਗੁਰੂ ਪਾਤਸ਼ਾਹ ਵੇਈ ਨਦੀ ਦੇ ਅੰਦਰ ਡੁੱਬੀ ਮਾਰ ਗਏ ਨਾ, ਪਰਮਾਤਮਾ ਦਾ ਗਿਆਨ ਜਦ ਸਤਿਗੁਰੂ ਪਾਤਸ਼ਾਹ ਨੂੰ ਮਿਲਿਆ, ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਨੇ 3 ਦਿਨ ਸਤਿਗੁਰੂ ਪਾਤਸ਼ਾਹ ਨਦੀ ਤੋਂ ਬਾਹਰ ਨਹੀਂ ਆਏ। ਸਭ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਨਾਨਕ ਜੋ ਹੈ, ਨਾਨਕ ਤਪਾ ਜੋ ਹੈ ਵੇਈ ਨਦੀ ਚ ਡੁੱਬ ਗਿਆ। ਹੁਣ ਨਾਨਕ ਬਾਹਰ ਨਹੀਂ ਆਏਗਾ। ਸਭ ਦੇ ਪਾਸੇ ਇੱਕ ਚਰਚਾ ਫੈਲ ਗਈ ਜੋ ਗੁਰੂ ਨਾਨਕ ਦੇਵ, ਗੁਰੂ ਨਾਨਕ ਤਪਾ ਜੋ ਹੈ ਵੇਈ ਨਦੀ ਚ ਡੁੱਬ ਗਏ। ਸਾਰੇ ਇਸ ਗੱਲ ਦਾ ਯਕੀਨ ਕਰਨ ਲੱਗ ਗਏ ਵੀ ਗੁਰੂ ਨਾਨਕ ਵਾਪਸ ਨਹੀਂ ਆਏਗਾ। ਇੱਕ ਸੀ ਜਿਹਨੇ ਗੁਰੂ ਨਾਨਕ ਨੂੰ ਪਹਿਚਾਨ ਲਿਆ ਜਨਮ ਤੋਂ। ਕੌਣ? ਬੇਬੇ ਨਾਨਕੀ। ਬੇਬੇ ਨਾਨਕੀ ਕਹਿਣ ਲੱਗੀ, ਨਹੀਂ ਮੇਰਾ ਵੀਰ ਸੰਸਾਰ ਨੂੰ ਤਾਰਨ ਵਾਸਤੇ ਆਇਆ, ਡੁੱਬਣ ਵਾਸਤੇ ਨਹੀਂ। ਨਾਨਕ ਕਦੀ ਡੁੱਬ ਨਹੀਂ ਸਕਦਾ। ਇਤਿਹਾਸ ਗਵਾਹ ਹੈ 3 ਦਿਨਾਂ ਦੇ ਬਾਅਦ ਸਤਿਗੁਰੂ ਪਾਤਸ਼ਾਹ ਜਦ ਪਰਮਾਤਮਾ ਦੀ ਦਰਗਾਹ ਤੋਂ ਵਾਪਸ ਆਏ, ਪਰਮਾਤਮਾ ਦਾ ਗਿਆਨ ਲੈ ਕੇ ਜਦ ਵਾਪਸ ਆਏ, ਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਨੇ ਜਦ ਬਾਹਰ ਆਏ ਵੇ ਨਦੀ ਚੋਂ, ਤੇ ਆਂਦਿਆਂ ਕਹਿੰਦੇ ਸਾਰਾ ਪਿੰਡ ਸ਼ਹਿਰ ਕਹਿੰਦੇ ਉੱਥੇ ਇਕੱਠਾ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਨੇ ਆ ਕੇ ਸਤ ਕਰਤਾਰ ਦਾ ਨਾਅਰਾ ਮਾਰਿਆ ਤੇ ਉਪਦੇਸ਼ ਕੀਤਾ ਵੀ ਹਿੰਦੂ ਮੁਸਲਮ ਸਭ ਇੱਕੋ ਨੇ, ਮਾਨਸ ਕੀ ਜਾਤ ਏਕੇ ਪਹਿਚਾਨ। ਕਹਿੰਦੇ ਇਤਨਾ ਕਹਿਣਾ ਸੀ ਕਿ ਇਸ ਸ਼ਹਿਰ ਦਾ ਮੁਖੀਆ ਜੋ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਮੁਸਲਮਾਨ ਸੀ। ਕਹਿਣ ਲੱਗਾ ਤੁਸੀਂ ਕਹਿੰਦੇ ਹੋ ਕਿ ਹਿੰਦੂ ਮੁਸਲਮਾਨ ਇੱਕ ਨੇ, ਇਹਨਾਂ 'ਚ ਕੋਈ ਫਰਕ ਨਹੀਂ। ਤੁਸੀਂ ਮੁਸਲਮਾਨਾਂ ਨੂੰ ਵੀ ਇੱਕ ਸਮਝਦੇ ਹੋ। ਚਲੋ ਆਓ ਅੱਜ ਤੁਹਾਡੀ ਪਰਖ ਹੋ ਜਾਂਦੀ ਏ, ਸਾਡੇ ਨਾਲ ਚੜ ਕੇ ਨਮਾਜ਼ ਪੜੋ ਮਸਜਿਦ ਦੇ ਵਿੱਚ। ਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੈਂ ਤੇ ਪਰਮਾਤਮਾ ਨੂੰ ਯਾਦ ਕਰਨਾ, ਉਹ ਚਾਹੇ ਕਿਸੇ ਵੀ ਰੂਪ ਵਿੱਚ ਹੋਏ। ਜੇ ਉਹ ਅੱਲਾਹ ਦੇ ਰੂਪ ਵਿੱਚ ਆ ਜਾਏ ਤੇ ਤਾਂ ਵੀ ਮੈਂ ਉਹਨੂੰ ਯਾਦ ਕਰਨਾ। ਕਿਉਂਕਿ ਪਰਮਾਤਮਾ ਜੋ ਹੈ ਸਭ ਜਗ੍ਹਾ ਮੌਜੂਦ ਹੈ, ਹਰ ਜਗ੍ਹਾ ਰਮਿਆ ਹੋਇਆ ਹੈ, ਇਹ 'ਚ ਕੋਈ ਅੰਤਰ ਨਹੀਂ। ਕਹਿਣ ਲੱਗੇ ਜੇ ਤੁਸੀਂ ਸਮਝਦੇ ਹੋ ਵੀ ਪਰਮਾਤਮਾ 'ਚ, ਰੱਬ 'ਚ, ਵਾਹਿਗੁਰੂ 'ਚ, ਅੱਲਾਹ 'ਚ ਕੋਈ ਅੰਤਰ ਨਹੀਂ, ਤੇ ਆਓ ਚੱਲ ਕੇ ਸਾਡੇ ਨਾਲ ਨਮਾਜ਼ ਪੜੋ। ਕਹਿੰਦੇ ਇਤਨਾ ਆਖਿਆ ਤੇ ਸਤਿਗੁਰੂ ਪਾਤਸ਼ਾਹ ਵੀ ਇਹਨਾਂ ਦੇ ਨਾਲ ਨਮਾਜ਼ ਪੜ੍ਹਨ ਵਾਸਤੇ ਮਸਜਿਦ ਵਿੱਚ ਗਏ ਨੇ। ਸੱਚਾ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨ ਨਾ ਪਰਦੇਸੀ ਹੈ ਕਿਤੇ ਟਿਕਦਾ ਨਹੀਂ।
ਮਨ ਪਰਦੇਸੀ ਜੇਠੀਐ, ਮਨ ਪਰਦੇਸੀ ਜੇਠੀਐ, ਸਭ ਦੇਸ ਪਰਾਇਆ, ਸਭ ਦੇਸ ਪਰਾਇਆ, ਦੇਸ ਪਰਾਇਆ, ਮਨ ਪਰਦੇਸੀ ਜੇਠੀਐ, ਮਨ ਪਰਦੇਸੀ ਜੇਠੀਐ, ਸਭ ਦੇਸ ਪਰਾਇਆ। ਕਹਿੰਦੇ ਮਸਜਿਦ ਦੇ ਅੰਦਰ ਗਏ, ਕਹਿੰਦੇ ਕਾਜ਼ੀ ਨੇ ਨਮਾਜ਼ ਪੜ੍ਹਨੀ ਆਰੰਭ ਕੀਤੀ। ਕਾਜ਼ੀ ਨਮਾਜ਼ ਪੜ੍ਹ ਰਿਹਾ ਸੀ ਗੋਡੇ ਮੁੰਡੇ ਮਾਰ ਕੇ। ਕਹਿੰਦੇ ਸਾਰੇ ਨਮਾਜ਼ ਪੜ੍ਹ ਰਹੇ ਸਨ ਤੇ ਕਹਿੰਦੇ ਮੇਰਾ ਗੁਰੂ ਨਾਨਕ ਵੀ ਉਸ ਕਤਾਰ ਵਿੱਚ ਜਾ ਕੇ ਖਲੋ ਗਿਆ ਜਿੱਥੇ ਨਮਾਜ਼ ਪੜ੍ਹੀ ਜਾ ਰਹੀ ਸੀ। ਪਰ ਸਤਿਗੁਰੂ ਪਾਤਸ਼ਾਹ ਝੁਕੇ ਨਹੀਂ, ਕਹਿੰਦੇ ਦੋਵੇਂ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਪਾਤਸ਼ਾਹ ਖਲੋ ਗਏ। ਕਹਿੰਦੇ ਇਹਨਾਂ ਸਾਰਿਆਂ ਨੇ ਨਮਾਜ਼ ਪੜ੍ਹੀ। ਜਦ ਕਹਿੰਦੇ ਨਮਾਜ਼ ਪੜ੍ਹ ਬੈਠੇ ਨਾ, ਤੇ ਮੁਖੀਆ ਆ ਕੇ ਕਹਿਣ ਲੱਗਾ ਗੁਰੂ ਨਾਨਕ, ਤੂੰ ਤੇ ਸਾਡੇ ਨਾਲ ਵਾਅਦਾ ਕੀਤਾ ਸੀ ਤੂੰ ਨਮਾਜ਼ ਪੜ੍ਹੇਗਾ, ਪਰ ਤੂੰ ਤੇ ਨਮਾਜ਼ ਨਹੀਂ ਪੜ੍ਹੀ। ਤੇ ਸਤਿਗੁਰੂ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ ਮੁਖੀਆ ਜੀ ਨਮਾਜ਼ ਤੇ ਤੁਸੀਂ ਵੀ ਨਹੀਂ ਪੜ੍ਹੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗਾ ਨਹੀਂ ਨਾਨਕ, ਮੈਂ ਨਮਾਜ਼ ਪੜ੍ਹੀ ਏ, ਮੈਂ ਗੋਡੇ ਮੁੰਡੇ ਮਾਰੇ ਨੇ, ਮੈਂ ਦੋਵੇਂ ਹੱਥ ਉਸ ਅੱਲਾ ਵੱਲ ਚੁੱਕੇ ਨੇ, ਕਲਮਾ ਪੜ੍ਹਿਆ, ਮੈਂ ਨਮਾਜ਼ ਪੜ੍ਹੀ ਏ। ਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੁਖੀਆ ਜੀ ਨਮਾਜ਼ ਤੁਸੀਂ ਨਹੀਂ ਪੜ੍ਹੀ। ਕਹਿਣ ਲੱਗੇ ਕਿਉਂ? ਮੈਂ ਨਮਾਜ਼ ਪੜ੍ਹੀ ਏ। ਕਹਿੰਦੇ ਨਹੀਂ, ਤੁਸੀਂ ਨਮਾਜ਼ ਨਹੀਂ ਪੜ੍ਹੀ ਕਿਉਂਕਿ ਤੁਸੀਂ ਤੇ ਇੱਥੇ ਸੋ, ਪਰ ਤੁਹਾਡਾ ਮਨ ਇੱਥੇ ਨਹੀਂ ਸੀ। ਮਨ ਤੇ ਤੁਹਾਡਾ ਕਿਤੇ ਹੋਰ ਤੁਰਿਆ ਫਿਰਦਾ। ਕਹਿਣ ਲੱਗਾ ਨਾਨਕ ਨਹੀਂ, ਮੈਂ ਨਮਾਜ਼ ਪੜ੍ਹੀ ਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੇ ਮਨ ਤੋਂ ਪੁੱਛੋ, ਕਾਬਲ ਚ ਕਿਤੇ ਮੰਡੀ ਚ ਘੋੜੇ ਤੇ ਨਹੀਂ ਖਰੀਦਦੇ ਪੈਸੇ। ਨਮਾਜ਼ ਪੜ੍ਹਦੇ ਸਮੇਂ ਤੁਹਾਡਾ ਮਨ ਨਮਾਜ਼ ਚ ਨਹੀਂ ਸੀ, ਤੁਹਾਡਾ ਮਨ ਕਾਬਲ ਦੀ ਮੰਡੀ ਦੇ ਵਿੱਚ ਘੋੜੇ ਪਿਆ ਖਰੀਦਦਾ ਸੀ। ਕਹਿੰਦੇ ਜਦ ਇਤਨੇ ਬਚਨ ਕਹੇ ਨਾ ਤੇ ਗਿਆਨ ਆ ਗਿਆ ਵੀ ਵਾਕਈ ਜੋ ਨਾਨਕ ਕਹਿ ਰਿਹਾ ਸਹੀ ਕਹਿ ਰਿਹਾ। ਕਹਿੰਦੇ ਜਦ ਇਤਨੇ ਬਚਨ ਕਰ ਰਹੇ ਸਨ ਨਾ ਤੇ ਕੋਲੋਂ ਕਾਜ਼ੀ ਬੋਲ ਪਿਆ, ਕਹਿਣ ਲੱਗਾ ਮਹਾਰਾਜ ਅਗਰ ਇਹਨਾਂ ਨੇ ਨਮਾਜ਼ ਨਹੀਂ ਪੜ੍ਹੀ, ਮੈਂ ਤੇ ਨਮਾਜ਼ ਪੜ੍ਹੀ ਏ ਨਾ, ਮੈਂ ਤੇ ਨਮਾਜ਼ ਪੜ੍ਹ ਰਿਹਾ ਸਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਜ਼ੀ ਜੀ ਤੁਸੀਂ ਵੀ ਨਮਾਜ਼ ਨਹੀਂ ਪੜ੍ਹੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗਾ ਮਹਾਰਾਜ ਮੈਂ ਕਿਉਂ ਨਹੀਂ ਨਮਾਜ਼ ਨਹੀਂ ਪੜ੍ਹੀ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਕਾਜ਼ੀ ਜੀ ਨਮਾਜ਼ ਤੁਸੀਂ ਇੱਥੇ ਪੜ੍ਹਦੇ ਹੋ ਤੇ ਧਿਆਨ ਤੁਹਾਡਾ ਤੁਹਾਡੇ ਘਰ ਵਿੱਚ ਹੈ। ਉਹ ਕਿਉਂ? ਕਹਿੰਦੇ ਇਸ ਕਾਜ਼ੀ ਦੇ ਘਰ ਘੋੜੀ ਸੂਣ ਵਾਲੀ ਸੀ। ਜਿਸ ਜਗ੍ਹਾ ਕਹਿੰਦੇ ਇਹ ਘੋੜੀ ਨੂੰ ਬੰਨਿਆ ਸੀ ਨਾ, ਉਹਦੇ ਕੋਲ ਖੂਹ ਸੀ, ਉਹਦੇ ਕੋਲ ਟੋਇਆ ਸੀ। ਕਹਿੰਦੇ ਸੋਚੀ ਪੈ ਗਿਆ ਵੀ ਕਿਤੇ ਅਗਰ ਘੋੜੀ ਸੂ ਪਈ
ਉਹ ਵਛੇਰਾ ਉਹ ਟੋਏ 'ਚ ਉਹ ਖੂਹ 'ਚ ਨਾ ਡਿੱਗ ਜਾਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਜੀ ਜੀ ਨਮਾਜ਼ ਤੁਸੀਂ ਵੀ ਨਹੀਂ ਪੜ੍ਹੀ। ਸੱਚ ਜਾਣਨਾ ਜੋ ਪਰਮਾਤਮਾ ਦਾ ਨਾਮ ਅਗਰ ਇੱਕ ਹੋ ਕੇ ਨਾ ਲਿਆ ਜਾਏ, ਮਨ ਤੋਂ ਨਾ ਜਪਿਆ ਜਾਏ, ਮਨ ਤੋਂ ਨਾ ਸਿਮਰਨ ਕੀਤਾ ਜਾਏ ਤੇ ਉਹਦਾ ਕੋਈ ਫਾਇਦਾ ਨਹੀਂ। ਸਤਿਗੁਰੂ ਪਾਤਸ਼ਾਹ ਇਸ ਕਰਕੇ ਜ਼ਿਕਰ ਕਰਦੇ ਨੇ, ਕਹਿੰਦੇ ਜਿਹੜਾ ਮਨ ਹੈ ਨਾ ਇਹ ਪਰਦੇਸੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਪਰਦੇਸੀ